This is a Red FM Vancouver podcast. Make sure you hit subscribe for more great content. For further info, log on to redfm.ca. ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਜ ਗੱਲ ਚੱਲਣੀ ਆ ਕਿ ਜਿਹੜੇ ਫੈਂਟਨਲ ਜਾਂ ਕੋਕੇਨ ਜਾਂ ਹੋਰ ਨਸ਼ਿਆਂ ਦੇ ਨਾਲ ਮਰ ਰਹੇ ਬ੍ਰਿਟਿਸ਼ ਕੋਲੰਬੀਅਨਸ ਨੇ ਉਹਨਾਂ ਦੀ ਗਿਣਤੀ ਬਹੁਤ ਵੱਧ ਰਹੀ ਹੈ। ਔਰ ਮੰਦਭਾਗੀ ਗੱਲ ਇਹ ਆ ਕਿ ਇਹਨਾਂ ਦੇ ਵਿੱਚ ਸਾਡੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਨੇ ਔਰ ਪਤਾ ਵੀ ਨਹੀਂ ਲੱਗਦਾ ਦਰਅਸਲ ਵੀ ਇਹ ਕੀ ਗੱਲ ਹੋਈ ਆ, ਕਿਉਂਕਿ ਇਹਨੂੰ ਸਾਡੇ ਭਾਈਚਾਰੇ 'ਚ ਸਟਿਗਮਾ ਸਮਝਿਆ ਜਾਂਦਾ। ਔਰ ਉਹ ਚੰਗੇ ਭਲੇ ਹੀ ਜਦੋਂ ਅਸੀਂ ਸੁਣਦੇ ਹਾਂ ਕਿ ਅਚਾਨਕ ਕੋਈ ਚੰਗਾ ਭਲਾ ਬੰਦਾ, ਸਿਹਤਮੰਦ ਬੰਦਾ ਜਿਹੜਾ ਉਹ ਸੁੱਤਾ ਪਿਆ ਹੀ ਨਹੀਂ ਉੱਠਿਆ ਜਾਂ ਪੌੜੀਆਂ 'ਚ ਡਿੱਗਿਆ ਦੇਖਿਆ ਗਿਆ, ਜਿਹੜੀਆਂ ਉਹਦੀਆਂ ਮੁੱਢਲੀਆਂ ਅਲਾਮਤਾਂ ਨੇ ਉਹ ਕਈ ਵਾਰੀ ਛੁਪਾ ਲਈਆਂ ਜਾਂਦੀਆਂ ਜਾਂ ਉਹਨਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ, ਕੋਈ ਟਰੀਟਮੈਂਟ ਨਹੀਂ ਲਿਆ ਜਾਂਦਾ। ਲੇਕਿਨ ਫਿਰ ਵੀ ਬਾਕੀ ਨਸ਼ਿਆਂ ਦੇ ਖਾਸ ਕਰੋ ਸ਼ਰਾਬ ਵੀ ਬਹੁਤ ਸਾਰੇ ਲੋਕ ਓਵਰਡੋਜ਼ ਕਰਦੇ, ਸ਼ਰਾਬ ਦੀ ਵੀ, ਅਲਕੋਹਲ ਦੇ ਨਾਲ, ਸ਼ਰਾਬ ਦੇ ਨਾਲ ਓਵਰਡੋਜ਼ ਨਾਲ ਮੌਤਾਂ ਬਹੁਤ ਘੱਟ ਹੁੰਦੀਆਂ ਕੰਪੈਰੇਟਿਵਲੀ, ਜਦ ਕਿ ਜਿਹੜੀਆਂ ਇਹ ਕੈਮੀਕਲ ਡਰੱਗਸ ਨੇ ਇਹਨਾਂ ਦੇ ਨਾਲ ਮੌਤਾਂ ਬਹੁਤ ਹੋਣ ਲੱਗ ਪਈਆਂ। ਕਰੋਨਾ ਵਾਇਰਸ ਤਾਂ ਇਹਦੇ ਨੇੜੇ ਤੇੜੇ ਵੀ ਨਹੀਂ, 170-75 ਮੌਤਾਂ ਇੱਕ ਮਹੀਨੇ 'ਚ ਹੋ ਜਾਣ ਹਨੇਰ ਸਾਈਂ ਦਾ, ਇਹਦੇ 'ਤੇ ਤਾਂ ਕੋਈ ਨਾ ਕੋਈ ਫੌਰਨ ਜਿਹੜੀ ਐਕਸ਼ਨ ਹੋਣਾ ਚਾਹੀਦਾ ਗੌਰਮੈਂਟ ਦਾ। ਇਹ ਤਾਂ ਇੱਕ ਐਮਰਜੈਂਸੀ ਆ ਜਿਹੜੀ ਕਰੋਨਾ ਵਾਇਰਸ ਨਾਲੋਂ ਵੀ ਵੱਧ ਖਤਰਨਾਕ ਹੈ। ਡਾਕਟਰ ਬਾਵਾ ਮੇਰੇ ਨਾਲ ਨੇ, ਡਾਕਟਰ ਮੀਸ਼ਾ ਬਾਵਾ ਜੀ, ਉਹ ਦੱਸਣਗੇ ਕਿ ਕੀ ਵਜ੍ਹਾ ਹੈ ਕਿ ਲੋਕ ਜਿਹੜੇ ਆ ਅਲਕੋਹਲ ਨਾਲ, ਟਬੈਕੋ ਦੀ ਓਵਰਡੋਜ਼ ਨਾਲ ਜਾਂ ਈਵਨ ਓਪੀਅਮ ਦੀ ਓਵਰਡੋਜ਼ ਨਾਲ ਵੀ ਇੰਨੀ ਆਸਾਨੀ ਨਾਲ ਨਹੀਂ ਲੋਕ ਮਰਦੇ। ਬਾਡੀ ਦੇ ਵਿੱਚ ਕਈ ਸਿਸਟਮ ਲੱਗੇ ਹੋਏ ਆ। ਇੱਕ ਸਧਾਰਨ ਵਿਅਕਤੀ ਨੂੰ ਜਿਹੜਾ ਪਤਾ ਹੈ ਜੇ ਜ਼ਹਿਰ ਵੀ ਤੁਸੀਂ ਖਾ ਲਓ ਤਾਂ ਇੱਕ ਵਾਰੀ ਬਾਡੀ ਰਿਐਕਟ ਕਰਦੀ ਆ ਅਤੇ ਜ਼ਹਿਰ ਦੀ ਉਲਟੀ ਆ ਜਾਂਦੀ ਬੰਦੇ ਨੂੰ। ਇਹ ਕੀ ਕਾਰਨ ਹੋਇਆ ਕਿ ਜਿਹੜੀਆਂ ਇਹ ਡਰੱਗਸ ਨੇ ਜਿਨ੍ਹਾਂ ਦੇ ਵਿੱਚ ਐਮਫੈਟਾਮਿਨਸ ਨੇ ਜਾਂ ਕੋਕੇਨ ਜਾਂ ਹੋਰ ਇਸ ਤਰ੍ਹਾਂ ਦੀਆਂ ਡਰੱਗਸ ਨੇ, ਇਹਨਾਂ ਦੇ ਹੁਣ ਫੈਂਟਨਲ ਦੀ ਬੜੀ ਗੱਲ ਚੱਲ ਰਹੀ ਆ। ਲਾਰਜ ਨੰਬਰ ਆਫ ਡੈਥਸ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਉਹ ਫੈਂਟਨਲ ਨਾਲ ਹੋ ਰਹੀਆਂ ਨੇ। ਔਰ ਕਿੰਨੀਆਂ ਕੁ ਦਵਾਈਆਂ ਨੇ ਜਿਹੜੀਆਂ ਇਹਨਾਂ ਡਾਕਟਰਾਂ ਨੇ ਆਪ ਸਹੇੜੀਆਂ ਨੇ, ਆਪ ਪਹਿਲਾਂ ਉਹਨਾਂ ਨੂੰ ਦੇਣ ਲੱਗ ਪੈਂਦੇ ਆ, ਫਿਰ ਉਹਦੇ ਆਦੀ ਹੋ ਜਾਂਦੇ ਆ। ਡਾਕਟਰ ਸਾਹਿਬ ਇਹਦੀ ਗੱਲਬਾਤ ਦੱਸਣਗੇ। ਡਾਕਟਰ ਬਾਵਾ ਮੇਰੇ ਨਾਲ ਹਨ। ਡਾਕਟਰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਸੈਨ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਹੁਣ ਜਿਹੜੀ ਇਹ ਮੌਤਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਡਰੱਗਸ ਦੇ ਨਾਲ, ਇਹਦੇ ਉੱਤੇ ਬਹੁਤ ਸਾਰੇ ਲੋਕ ਕੰਸਰਨ ਹੋ ਗਏ ਆ। ਕਰੋਨਾ ਵਾਇਰਸ ਨਾਲ ਤਾਂ ਕਿਤੇ ਵੱਧ ਇਸ ਨਾਲ ਮੌਤਾਂ ਹੋਈ ਜਾਂਦੀਆਂ BC ਦੇ ਵਿੱਚ। ਤੁਸੀਂ ਇਹਦੇ ਬਾਰੇ ਸਾਨੂੰ ਕੀ ਦੱਸਣਾ ਚਾਹੋਗੇ? ਕੀ ਵਜ੍ਹਾ ਕਿ ਇਹ ਜਿਹੜੀਆਂ 3-4 ਡਰੱਗਸ ਨੇ ਇਹਨਾਂ ਨਾਲ ਜ਼ਿਆਦਾ ਮੌਤਾਂ ਹੋ ਰਹੀਆਂ ਨੇ? ਹਾਂਜੀ, ਜਿਵੇਂ ਦੇਖਿਆ ਜਾਏ ਤਾਂ ਪੂਰੀ ਸਿਚੁਏਸ਼ਨ ਕਾਫੀ ਕੰਪਲੀਕੇਟਡ ਹੈਗੀ ਹੈ ਅਤੇ ਕਈ ਫੈਕਟਰ ਹੈਗੇ ਨੇ। ਹਾਂਜੀ, ਕਿਉਂਕਿ ਜਿਵੇਂ ਤੁਸੀਂ ਬਿਲਕੁਲ ਹੁਣ ਗੱਲ ਕਰ ਰਹੇ ਸੀ ਕਿ ਸਮਝ ਨਹੀਂ ਆ ਰਹੀ ਕਿ ਕੀ ਹੋ ਰਿਹਾ ਕਿ ਇਸ ਟਾਈਮ 'ਤੇ ਕਿਉਂ ਚੀਜ਼ਾਂ ਵੱਧ ਰਹੀਆਂ ਨੇ। ਅਸੀਂ ਪੂਰੀ ਤਰ੍ਹਾਂ ਇਸ ਕਾਰਨ ਨੂੰ ਹਾਲੇ ਜਾਣ ਨਹੀਂ ਪਾਵਾਂਗੇ ਕਿਉਂਕਿ ਪਿਛਲੇ ਕੁਛ ਮਹੀਨਿਆਂ 'ਚ ਹੀ ਗੱਲ ਹੋਰ ਵੀ ਵੱਧ ਗਈ ਹੈ, ਹੈ ਨਾ। ਪਰ ਜਿਹੜੀ ਆਪਣੀ ਓਵਰਆਲ ਅੰਡਰਸਟੈਂਡਿੰਗ ਹੈਗੀ ਓਪੀਓਇਡਸ ਦੀ, ਉਹਨਾਂ ਦਾ ਚੱਕਰ ਆ ਹੋ ਜਾਂਦਾ ਕਿ ਇੱਕ ਤਾਂ ਲੋਕਾਂ ਦੀ ਟੋਲਰੈਂਸ ਬਦਲਦੀ ਰਹਿੰਦੀ ਹੈ। ਜਿਵੇਂ ਜੇ ਤੁਸੀਂ ਪਿਛਲੇ ਹਫ਼ਤੇ 'ਚ ਘੱਟ ਵਰਤਿਆ ਤਾਂ ਅੱਜ ਤੁਹਾਨੂੰ ਹੋਰ ਸਪਲਾਈ ਮਿਲ ਜਾਂਦੀ ਜਿਹੜੀ ਜ਼ਿਆਦਾ ਸਟਰੋਂਗ ਹੈ, ਜਾਂ ਤੁਸੀਂ ਜ਼ਿਆਦਾ ਡੋਜ਼ ਲੈ ਲੈਂਦੇ ਆ। ਉਸ 'ਚ ਫਿਰ ਜਿਹੜੀ ਚੀਜ਼ ਨੂੰ ਅਸੀਂ ਥੈਰੇਪਿਊਟਿਕ ਇੰਡੈਕਸ ਕਹਿੰਦੇ ਹਾਂ ਵਰਸਿਸ ਫੈਟੈਲਿਟੀ ਜਿਸ 'ਚ ਹੋ ਜਾਂਦੀ ਹੈ, ਕਿਉਂਕਿ ਜ਼ਿਆਦਾ ਤੁਹਾਨੂੰ ਡਰੱਗ ਮਿਲ ਜਾਂਦਾ, ਉਹ ਤੁਹਾਡਾ ਬਦਲਦਾ ਰਹਿੰਦਾ। ਮਤਲਬ ਕਿ ਤੁਹਾਡੀ ਡੋਜ਼ ਹਰ ਹਫ਼ਤੇ ਇੱਕ ਤਾਂ ਬਦਲਦੀ ਰਹੇਗੀ। ਤਾਂ ਦੂਸਰੀ ਜਿਹੜੀ ਡਰੱਗ ਸਪਲਾਈ ਹੈ ਉਹ ਬਹੁਤ ਜ਼ਿਆਦਾ, ਮਤਲਬ ਸਾਨੂੰ ਅਰਲੀ ਡੇਟਾ ਆਹੀ ਕਹਿ ਰਿਹਾ ਕਿ ਉਹ ਬਹੁਤ ਜ਼ਿਆਦਾ ਟੌਕਸਿਕ ਹੋ ਚੁੱਕੀ ਹੈ। ਇਹਦਾ ਮਤਲਬ ਕਿ ਉਹਨਾਂ ਨੂੰ ਜੋ ਲੱਭਦਾ ਉਸ 'ਚ ਉਹ ਪਾ ਦਿੰਦੇ ਨੇ, ਹੈ ਨਾ। ਡਰੱਗ ਡੀਲਰ ਤੁਹਾਡੇ ਦੋਸਤ ਹੁੰਦੇ ਨਹੀਂ। ਉਹਨਾਂ ਨੇ ਜੇ ਤੁਸੀਂ ਫੈਂਟਨਲ ਖਰੀਦ ਰਹੇ ਆ ਉਹਦੇ 'ਚ ਆਲਰੇਡੀ ਮੈਜੋਰਿਟੀ ਦਾ ਕੱਟ ਹੋਰ ਕਿਸੇ ਚੀਜ਼ ਨਾਲ, ਭਾਵੇਂ ਉਹ ਰੈਟ ਪੋਇਜ਼ਨ ਹੋਵੇ ਜਾਂ ਹੋਰ ਕਿਸੇ ਟੈਲਕ ਪਾਊਡਰ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦਾ ਪਾਊਡਰ ਹੋਵੇ, ਜਿਹੜੀ ਵੀ ਚਿੱਟੀ ਨੀਲੀ
ਪੀਲੀ ਚੀਜ਼ ਉਹਨਾਂ ਨੂੰ ਮਿਲ ਰਹੀ ਹੈ ਉਹਦੇ ਨਾਲ ਪਹਿਲਾਂ ਹੀ ਕੱਟ ਕਰਦੇ ਨੇ, ਹੈ ਨਾ। ਕਿਉਂਕਿ ਜੇ ਤੁਸੀਂ ਹੈਰੋਇਨ ਖਰੀਦ ਰਹੇ ਆ ਜਾਂ ਫੈਂਟਨਲ ਖਰੀਦ ਰਹੇ ਆ, ਫੈਂਟਨਲ ਦਾ ਅਮਾਊਂਟ ਤਾਂ ਬਹੁਤ ਜ਼ਿਆਦਾ ਉਸ 'ਚੋਂ ਘੱਟ ਆ। ਤਾਂ ਜੇ ਉਹ ਇੱਕ ਤਾਂ ਉਹ ਕੀ ਪਤਾ ਕਿਹੜੇ ਪੋਇਜ਼ਨ ਪਾ ਰਹੇ ਨੇ ਨਾ, ਪਰ ਦੂਸਰਾ ਉਹਨਾਂ ਕੋਲ ਕੋਈ ਕੰਟਰੋਲ ਨਹੀਂ ਹੈਗਾ ਕਿ ਅੱਜ ਉਹਨਾਂ ਕੋਲ ਫੈਂਟਨਲ ਆਈ ਹੈ ਜਾਂ ਹੈਰੋਇਨ ਜ਼ਿਆਦਾ ਪਾਈ ਹੋਈ ਹੈ ਉਸ 'ਚ, ਜਾਂ ਉਹ ਫੈਂਟਨਲ ਨਾਲੋਂ ਵੀ ਜ਼ਿਆਦਾ ਸਟਰੋਂਗ ਡਰੱਗਸ ਅੱਜ ਕੱਲ੍ਹ 1-2 ਆ ਗਏ ਨੇ ਜਿਹੜੇ ਅਸੀਂ ਸਪਲਾਈ ਦੇਖੇ ਨੇ, ਜਿਹਨਾਂ ਨੂੰ ਸੂਫੈਂਟਨਲ ਜਾਂ ਕਾਰਫੈਂਟਨਲ ਕਹਿੰਦੇ ਨੇ। ਕਾਰਫੈਂਟਨਲ ਤਾਂ ਹਿਊਮਨ ਬੀਇੰਗ ਹੱਥ ਵੀ ਨਹੀਂ ਲਾ ਸਕਦਾ ਫੁੱਲ ਅਮਾਊਂਟ 'ਚ। ਜੇ ਤੁਸੀਂ ਹੱਥ ਵੀ ਲਾਓਗੇ, ਜੇ ਮੇਰੇ ਵਰਗਾ ਕੋਈ ਜਿਹੜਾ ਓਪੀਓਇਡਸ ਨਹੀਂ ਵਰਤਦਾ, ਉਹ ਤੁਹਾਡੀ ਡੈਥ ਉਹਦੇ ਨਾਲ ਹੋ ਸਕਦੀ। ਇੰਨਾ ਪੋਟੈਂਟ ਡਰੱਗ ਹੈਗਾ ਉਹ। ਹੱਥ ਲਾਉਣ ਨਾਲ ਹੀ, ਹੱਥ ਲਾਉਣਾ ਜੀ, ਇੰਨੀ ਕੁ ਉਹਦੀ ਸਕਿਨ ਅਬਜ਼ੋਰਪਸ਼ਨ ਹੋ ਸਕਦੀ ਹੈ। ਉਹ ਬੇਸਿਕਲੀ ਤਾਂ ਹਾਰਸ ਟ੍ਰੈਂਕੁਲਾਈਜ਼ਰ ਜਾਂ ਬੇਅਰ ਟ੍ਰੈਂਕੁਲਾਈਜ਼ਰ ਹੈਗਾ, ਠੀਕ ਹੈ। ਉਹ ਉਸ ਸਾਈਜ਼ ਦੇ ਜਾਨਵਰ ਦਾ ਟ੍ਰੈਂਕੁਲਾਈਜ਼ਰ ਜਾਂ ਹਾਥੀ ਸਾਈਜ਼ ਦਾ ਟ੍ਰੈਂਕੁਲਾਈਜ਼ਰ। ਉਹ ਹਿਊਮਨ ਬੀਇੰਗਸ ਕੋਈ ਲੋੜ ਨਹੀਂ ਹੈਗੀ। ਪਰ ਜੇ ਉਹਨਾਂ ਨੂੰ ਵੀ ਕਹਿ ਲਓ ਕਿ ਕਾਰਫੈਂਟਨਲ ਬੇਸਿਕਲੀ ਫੈਂਟਨਲ ਨਾਲੋਂ ਵੀ 100 to 1000 ਟਾਈਮਸ ਸਟਰੋਂਗਰ ਡਰੱਗ ਹੁੰਦਾ, ਤੇ ਕਦੇ ਕਦੇ ਉਹ ਵੀ ਮਿਕਸ ਕਰ ਦਿੰਦੇ ਨੇ। ਸੋ ਇਸ਼ੂਜ਼ ਉਹ 2 ਮੇਨ ਫੈਕਟਰਸ ਹੈਗੇ ਨੇ ਕਿ ਇੱਕ ਤਾਂ ਲੋਕਾਂ ਦੀ ਜਿਹੜੀ ਆਪਣੀ ਟੋਲਰੈਂਸ ਹੈ ਉਹ ਬਦਲਦੀ ਰਹਿੰਦੀ ਹੈ, ਤੇ ਨਾਲੇ ਜਿਹੜੀ ਡਰੱਗ ਸਪਲਾਈ ਉਹ ਕਾਫੀ ਟੌਕਸਿਕ ਹੈ। ਤਾਂ ਜਿਹੜੇ ਆਪਾਂ ਇਹਨਾਂ ਦੇ ਅਰਾਊਂਡ ਹਾਰਮ ਰਿਡਕਸ਼ਨ ਐਕਸ਼ਨਸ ਕਰ ਸਕਦੇ ਹਾਂ, ਜਿਵੇਂ ਲੋਕਾਂ ਨੂੰ ਬਚਾਉਣ ਵਾਸਤੇ ਕਿ ਤੁਸੀਂ ਹੋਰ ਲੋਕਾਂ ਨਾਲ ਵਰਤੋ ਜਾਂ ਸਾਈਟਸ ਪ੍ਰੋਪਰ ਸਾਈਟਸ 'ਤੇ ਵਰਤੋ ਜਿੱਥੇ ਜਿਹੜੀਆਂ ਇੰਜੈਕਸ਼ਨ ਸਾਈਟਸ ਜਾਂ ਸਾਈਟ ਜਿਹਨੂੰ ਕਿਹਾ ਜਾਂਦਾ ਉੱਥੇ ਵਰਤੋ, ਕਿਉਂਕਿ ਉਹ ਜਿੱਥੇ ਮੋਨੀਟਰਡ ਹੋਵੇ। ਬਿਲਕੁਲ ਜੀ, ਉੱਥੇ ਕਦੀ ਵੀ ਕਿਸੇ ਦੀ ਡੈਥ ਨਹੀਂ ਹੋਈ ਕਿਸੇ ਵੀ ਇੰਜੈਕਸ਼ਨ ਸਾਈਟ 'ਤੇ, ਹੈ ਨਾ। ਤਾਂ ਆਪਾਂ ਕਾਫੀ ਔਖੇ ਟਾਈਮ ਤੋਂ ਗੁਜ਼ਰ ਰਹੇ ਹਾਂ ਕਿ ਕੋਵਿਡ ਨਾਲ ਸਿਰਫ 200 ਡੈਥਸ ਹੋਈਆਂ ਨੇ, 203 ਸਾਡੇ ਪ੍ਰੋਵਿੰਸ 'ਚ। ਤਾਂ ਇਹਦੇ ਨਾਲ ਆਲਮੋਸਟ ਹਰ ਮਹੀਨੇ ਇਸ ਵੇਲੇ 170 ਤੋਂ ਉੱਪਰ ਡੈਥਸ ਹੋ ਰਹੀਆਂ ਨੇ। ਤੇ ਨਾਲੇ ਜੇ ਆਪਾਂ ਦੇਖੀਏ ਤਾਂ ਉਸ ਤੋਂ ਵੀ ਟੋਟਲ ਲਾਈਫ ਈਅਰਸ ਲਾਸਟ ਹੋਰ ਵੀ ਵੱਡੀ ਗੱਲ ਹੈ, ਕਿਉਂਕਿ ਪਰ ਦੂਜੇ ਪਾਸੇ ਡਾਕਟਰ ਸਾਹਿਬ ਮੈਂ ਇਹ ਬੜਾ ਹੈਰਾਨ ਹੈ ਕਿ ਨੰਬਰ ਆਫ ਡੈਥਸ ਜਿਹੜਾ COVID-19 ਦੇ ਨਾਲ ਬਹੁਤ ਘੱਟ ਕੰਪੈਰੇਟਿਵਲੀ ਇਹਦੇ ਨਾਲ ਮੁਕਾਬਲਾ ਕਰਕੇ ਉਹ 200 ਦੇ ਕਰੀਬ ਆ। ਇਹ 170 ਦੇ ਕਰੀਬ ਹਰ ਮਹੀਨੇ ਹੋ ਜਾਂਦੀਆਂ ਨੇ। ਜਿਹੜੇ ਫਾਈਨੈਂਸ਼ੀਅਲ ਰਿਸੋਰਸਿਸ ਨੇ ਉਹ COVID-19 'ਤੇ ਦੇਖੋ ਤੁਸੀਂ ਬਿਲੀਅਨਸ ਡਾਲਰ ਖਰਚ ਕਰ ਦਿੱਤਾ, ਔਰ ਇਹਦੇ 'ਤੇ ਫਾਈਨੈਂਸ਼ੀਅਲ ਰਿਸੋਰਸਿਸ ਉਹਨੇ ਲਾਏ ਨਹੀਂ ਜਾ ਰਹੇ ਇਹਦੀ ਪ੍ਰੀਵੈਂਸ਼ਨ 'ਤੇ। ਹਾਂਜੀ, ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਿਵੇਂ ਜਿਹੜੇ ਆਪਾਂ ਗੱਲ ਕਰ ਰਹੇ ਸੀ ਕਿ ਟੋਟਲ ਲਾਈਫ ਈਅਰਸ ਲਾਸਟ ਉਹ ਹੋਰ ਵੀ ਜ਼ਿਆਦਾ ਨੇ। ਆਹ ਨੰਬਰ ਤਾਂ ਤੁਹਾਨੂੰ ਮਤਲਬ ਪੂਰੇ 4 ਮਹੀਨਿਆਂ ਦੇ ਰਿਫਲੈਕਟਿਵ ਨੇ ਕੋਵਿਡ ਦੇ, 4-5 ਮਹੀਨਿਆਂ ਦੇ। ਪਰ ਦੇਖਿਆ ਜਿਹੜੇ 80 to 85% ਲੋਕ ਮਰੇ ਨੇ ਕੋਵਿਡ ਤੋਂ, ਉਹ ਨਰਸਿੰਗ ਹੋਮ ਸੀਗੇ ਜਾਂ ਬਹੁਤ ਹੀ ਐਲਡਰਲੀ ਸੀਗੇ, ਹੈ ਨਾ। ਉਹਨਾਂ ਦੇ ਨਹੀਂ ਕਿ ਉਹਨਾਂ ਨੂੰ ਲੋਕ ਉਹਨਾਂ ਦੇ ਪਰਿਵਾਰ ਬਾਰੇ ਪਿਆਰ ਨਹੀਂ ਕਰਦੇ ਸੀ ਜਾਂ ਉਹਨਾਂ ਦੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਹੈਗਾ। ਪਰ ਦੇਖਿਆ ਜਾਵੇ ਜਿਹੜੇ ਜਵਾਨ ਲੋਕ ਓਪੀਓਇਡਸ ਤੋਂ ਮਰ ਰਹੇ ਨੇ, ਉਹਨਾਂ ਦੇ ਕਈ ਲਾਈਫ ਦੇ ਡੈਕੇਡਸ ਲੂਜ਼ ਹੋ ਰਹੇ ਨੇ। ਸੋ ਅੱਛਾ ਡਾਕਟਰ ਸਾਹਿਬ, ਇੱਕ ਗੱਲ ਕੱਲ੍ਹ ਡਿਸਕਸ਼ਨ ਦੇ ਵਿੱਚ ਸ਼ਾਮੀ ਇਹ ਹੋਈ ਵੀ ਜਦੋਂ ਅਲਕੋਹਲ ਦੀ ਓਵਰਡੋਜ਼ ਹੁੰਦੀ ਆ ਤਾਂ ਲੋਕ ਉਲਟੀ ਕਰ ਦਿੰਦੇ ਆ, ਉਹ ਨਿਕਲ ਜਾਂਦੀ ਆ, ਹੈਂਗਓਵਰ ਵਗੈਰਾ ਹੁੰਦਾ, ਲੋਕ ਫਿਰ ਬਚ ਜਾਂਦੇ ਆ। ਪਰ ਜਦੋਂ ਹੈਰੋਨ ਆ ਜਾਂ ਕੋਕੇਨ ਆ ਜਾਂ ਫੈਂਟਨਲ ਆ, ਇਸ ਦੀ ਓਵਰਡੋਜ਼ ਹੁੰਦੀ ਆ, ਫਿਰ ਕਿਉਂ ਨਹੀਂ ਉਲਟੀ ਆਉਂਦੀ? ਬਾਡੀ ਰਿਜੈਕਟ ਕਿਉਂ ਨਹੀਂ ਕਰਦੀ ਜੀ ਉਹਨੂੰ? ਜੀ ਉਹ ਉਲਟੀਆਂ ਵੀ ਆਉਂਦੀਆਂ ਨੇ ਇਹਦੇ ਨਾਲ, ਪਰ ਐਕਚੁਅਲੀ ਕਾਫੀ ਲੇਟ, ਹੈ ਨਾ। ਕਿਉਂਕਿ ਇਸ਼ੂ ਹੈਗਾ ਕਿ ਐਲਕੋਹਲ ਆਪਾਂ ਕੰਜ਼ਿਊਮ ਕਰਦੇ ਹਾਂ ਬਾਈ ਮਾਊਥ, ਤਾਂ ਨਾਲੇ ਉਹਦਾ ਜਿਹੜਾ ਬਿਲਡਅਪ ਹੋਣਾ ਬਾਡੀ 'ਚ, ਉਸ ਤੋਂ ਲੈ ਕੇ ਜਿਹੜੇ ਪੁਆਇੰਟ ਤੱਕ ਤੁਹਾਨੂੰ ਐਲਕੋਹਲ ਦੀ ਸੀਵੀਅਰ ਓਵਰਡੋਜ਼ ਹੋ ਜਾਏਗੀ, ਜਿੱਥੇ ਤੁਸੀਂ ਸਾਹ ਲੈਣਾ ਬੰਦ ਕਰ ਦੋਗੇ ਵਗੈਰਾ, ਉਸ ਬਹੁਤ ਡਿਫਰੈਂਸ ਹੁੰਦਾ ਹੈ। ਜਾਂ ਵੈਸਟ ਮੈਜੋਰਟੀ ਲੋਕ ਜੇ ਕਾਫੀ ਐਲਕੋਹਲ ਪੀਂਦੇ ਰਹਿਣ, ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੀ ਹਾਲਤ ਖਰਾਬ ਹੋ ਜਾਣੀ, ਉਹਨਾਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਜਿਵੇਂ ਤੁਸੀਂ ਕਹਿ ਰਹੇ ਹੈ, ਜਾਂ ਉਹਨਾਂ ਨੇ ਜਿਵੇਂ ਉਹਨਾਂ ਦਾ ਲੈਵਲ ਆਫ ਕੌਨਸ਼ੀਅਸਨੈਸ ਲੋ ਹੋ ਜਾਣਾ, ਪਰ ਉਹਨਾਂ ਨੇ ਸਾਹ ਲੈਂਦੇ ਰਹਿਣਾ। ਓਪੀਓਇਡਸ ਅਫੈਕਟ ਕਰਦੇ ਨੇ ਤੁਹਾਡੇ, ਇੱਕ ਤਾਂ ਅਸੀਂ ਲੈਂਦੇ ਹਾਂ ਇਹਨਾਂ ਨੂੰ, ਜਿਹੜੇ ਲੋਕ ਲੈਂਦੇ ਨੇ ਉਹ ਲੈਂਦੇ ਨੇ ਡਾਇਰੈਕਟਲੀ IV ਜਾਂ ਸਮੋਕ ਕਰਕੇ,
ਮੈਜੋਰਿਟੀ ਹੈ ਨਾ। ਸੋ ਉਹ ਸਿੱਧਾ ਤੁਹਾਡੇ ਬਲੱਡ ਵਿੱਚ ਜਾ ਰਹੇ ਨੇ, ਤਾਂ ਉਹਨਾਂ ਨੇ ਜਾ ਕੇ ਤੁਹਾਡੇ ਸੈਂਟਰਲ ਨਰਵਸ ਸਿਸਟਮ ਤੇ ਇਫੈਕਟ ਕਰਨਾ ਹੈ। ਉੱਥੇ ਤੁਹਾਡਾ ਉਹ ਬਰੀਦਿੰਗ ਸੈਂਟਰ ਤੇ ਪਹਿਲਾਂ ਇਫੈਕਟ ਕਰਦੇ ਨੇ, ਬਾਕੀ ਚੀਜ਼ਾਂ ਨੂੰ ਬਾਅਦ ਚੋਂ। ਤਾਂ ਲੋਕੀ ਸਾਹ ਲੈਣਾ ਬੰਦ ਕਰ ਦਿੰਦੇ ਨੇ, ਫਿਰ ਉਹਦੇ ਨਾਲ ਉਹਨਾਂ ਦੀ ਪੂਰੀ ਕੌਨਸ਼ੀਅਸਨੈਸ ਚਲੀ ਜਾਂਦੀ ਹੈ। ਐਕਚੁਅਲੀ ਕਈ ਵਾਰੀ ਇੱਦਾਂ ਹੁੰਦਾ ਕਿ ਉਹ ਐਕਚੁਅਲੀ ਉਸ ਤੋਂ ਬਾਅਦ ਉਲਟੀ ਕਰਦੇ ਨੇ, ਤਾਂ ਉਹਨਾਂ ਨੂੰ ਜਦ ਅਸੀਂ ਵਾਪਸ ਵੀ ਲੈ ਕੇ ਆਉਂਦੇ ਹਾਂ ਤਾਂ ਉਹਨਾਂ ਦੇ ਐਕਚੁਅਲੀ ਲੰਗਸ ਵਿੱਚ ਉਲਟੀ ਵਗੈਰਾ ਦਾ ਮਟੀਰੀਅਲ ਚਲਾ ਜਾਂਦਾ ਉਹਨਾਂ ਦੇ ਫੇਫੜਿਆਂ 'ਚ। ਪਰ ਇਸ਼ੂ ਆਹ ਹੁੰਦਾ ਕਿ ਡਾਇਰੈਕਟਲੀ ਉਹ ਬਰੀਦਿੰਗ ਸੈਂਟਰ ਬੰਦ ਹੋ ਜਾਂਦਾ ਦਿਮਾਗ 'ਚ। ਅੱਛਾ, ਜਿਹੜਾ ਬਰੀਦਿੰਗ ਸੈਂਟਰ ਜਦੋਂ ਬੰਦ ਹੁੰਦਾ ਫਿਰ ਬੰਦਾ ਤੜਫਦਾ ਨਹੀਂ ਗਾ, ਰੌਲਾ ਨਹੀਂ ਪਾਉਂਦਾ, ਲਿਟਦਾ ਨਹੀਂ। ਹੁਣ ਬਹੁਤ ਸਾਰੀਆਂ ਡਾਕਟਰ ਸਾਹਿਬ ਜੀ ਇਹੋ ਜਿਹੀਆਂ ਮੌਤਾਂ ਹੋ ਗਈਆਂ, ਚੰਗਾ ਭਲਾ ਬੰਦਾ ਉੱਪਰ ਚੜ੍ਹਦਾ ਜਾ ਕੇ ਆਪਣੇ ਬੈਡਰੂਮ 'ਚ ਸੌਂ ਜਾਂਦਾ, ਸਵੇਰੇ ਉੱਠਦਾ ਹੀ ਨਹੀਂ। ਹਾਂਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਇਸ਼ੂ ਆ ਹੈ ਕਿ ਉਹ ਸਿਡੇਸ਼ਨ ਤਾਂ ਜਿਹੜੀ ਉਹ ਬਰੀਦਿੰਗ ਹੈ ਉਹ ਇਕੱਠੇ ਹੈਂਡ ਇਨ ਹੈਂਡ ਜਾਂਦੇ ਨੇ। ਤੁਸੀਂ ਕਾਫੀ ਸਿਡੇਟਡ ਹੁੰਦੇ ਆ, ਫਿਰ ਤੁਹਾਡੀ ਬਰੀਦਿੰਗ ਰੁਕਦੀ ਆ, ਤਾਂ ਫਿਰ ਤੁਸੀਂ ਜ਼ਿਆਦਾ ਤੜਫਦੇ ਨਹੀਂ ਉਹਦੇ ਨਾਲ। ਪਰ ਕਈ ਲੋਕ ਮੇਨ ਚੀਜ਼ ਆਹੀ ਨੋਟ ਕਰਨਗੇ ਕਿ ਇਵੈਂਚੁਅਲੀ ਜਦ ਓਪੀਓਇਡਸ ਦਾ ਇਫੈਕਟ ਘੱਟ ਰਿਹਾ ਤੁਹਾਡੀ ਬਾਡੀ 'ਚ, ਤੁਹਾਡੀ ਬਰੀਦਿੰਗ ਭਾਵੇਂ ਵਾਪਸ ਆ ਵੀ ਸਕਦੀ ਹੋਵੇ ਥੋੜ੍ਹੀ, ਤਾਂ ਤੱਕ ਤੁਹਾਡੇ ਦਿਲ 'ਤੇ ਤਾਂ ਤੁਹਾਡੇ ਦਿਮਾਗ 'ਤੇ ਇੰਨਾ ਪ੍ਰੈਸ਼ਰ ਪਿਆ ਹੁੰਦਾ, ਕਿਉਂਕਿ ਫੇਫੜੇ ਜਿਹੜੇ ਹੈਗੇ ਨੇ ਸਾਡੇ ਉਹ ਨਹੀਂ ਚੱਲ ਰਹੇ, ਤਾਂ ਆਕਸੀਜਨ ਬਾਕੀ ਨਿਊਟਰੀਐਂਟਸ ਦਿਲ ਨੂੰ ਤੇ ਦਿਮਾਗ ਨੂੰ ਨਹੀਂ ਮਿਲ ਰਹੇ। ਇਸ ਕਰਕੇ ਉਹਦੇ ਨਾਲ ਇੰਨਾ ਸੀਵੀਅਰ ਇਫੈਕਟ ਹੋ ਚੁੱਕਾ ਹੁੰਦਾ ਕਿ ਥੋੜ੍ਹੀ ਜਿਹੀ ਬੰਦਾ ਉਲਟੀ ਵੀ ਕਰ ਬੈਠਦਾ ਟੂਵਰਡਸ ਦੀ ਐਂਡ, ਪਰ ਉਹਦਾ ਕੋਈ ਖਾਸ ਬੈਨੀਫਿਟ ਨਹੀਂ ਹੁੰਦਾ ਹੈ ਨਾ। ਤੁਸੀਂ ਜਿਵੇਂ ਉੱਠਦੇ ਨਹੀਂ, ਕਿਉਂਕਿ ਉਹ ਸਿਡੇਸ਼ਨ ਤਾਂ ਜਿਹੜਾ ਲੋ ਬਰੀਦਿੰਗ ਰੇਟ ਤੋਂ ਤੁਹਾਡੀ ਆਲਰੇਡੀ ਡੈਥ ਜਾਂ ਡੈਥ ਦੇ ਕਾਫੀ ਨੇੜੇ ਲੈਵਲ ਤੱਕ ਦੀ ਹਾਰਟ ਅਟੈਕ, ਜਿਹਨੂੰ ਅਸੀਂ ਅਨੌਕਸਿਕ ਬ੍ਰੇਨ ਇੰਜਰੀ ਕਹਿੰਦੇ ਹਾਂ, ਮਤਲਬ ਦਿਮਾਗ ਨੂੰ ਆਕਸੀਜਨ ਨਾ ਮਿਲਣ ਦਾ ਇਫੈਕਟ ਬਹੁਤ ਸੀਵੀਅਰ ਹੋ ਚੁੱਕਾ ਹੁੰਦਾ। ਅੱਛਾ, ਜਿਹੜੀਆਂ ਡਾਕਟਰ ਸਾਹਿਬ ਮੂੰਹ ਨਾਲ ਅਸੀਂ ਚੀਜ਼ਾਂ ਖਾਂਦੇ ਹਾਂ, ਲਾਈਕ ਓਪੀਅਮ ਆ, ਓਪੀਅਮ ਦੀ ਗੋਲੀ ਵੱਟ ਕੇ ਲੋਕ ਮੂੰਹ ਨਾਲ ਖਾ ਲੈਂਦੇ ਆ। ਡੋਡੇ ਸੀ ਜਾਂ ਡੋਡੇ ਹੈ ਨੇ, ਡੋਡੇ ਵੀ ਲੋਕ ਪਾਣੀ 'ਚ ਘੋਲ ਕੇ ਪੀ ਲੈਂਦੇ ਆ। ਹੁਣ ਦੂਸਰੀ ਜਿਹੜੀ ਡਰੱਗ ਆ ਉਹ ਇੰਜੈਕਟ ਹੁੰਦੀ ਆ। ਜਿਹੜੀਆਂ ਓਪੀਅਮ ਵਰਗੀਆਂ ਜਾਂ ਇਸ ਤਰ੍ਹਾਂ ਦੀਆਂ ਡਰੱਗਸ ਨੇ ਜਿਹੜੀਆਂ ਮਾਊਥ ਰਾਹੀਂ ਇੰਜੈਸਟ ਹੁੰਦੀਆਂ ਨੇ, ਉਹ ਮਾਰਦੀਆਂ ਘੱਟ ਨੇ, ਉਹ ਮਾਰਦੀਆਂ ਨਹੀਂ, ਟੌਕਸਿਸਿਟੀ ਨਹੀਂ ਹੁੰਦੀ ਉਹਦੀ। ਹਾਂਜੀ, ਰਿਲੇਟਿਵਲੀ ਥੋੜ੍ਹੀ ਘੱਟ ਹੁੰਦੀ ਆ। ਉਹਦੇ ਮਲਟੀਪਲ ਫੈਕਟਰਸ ਹੈਗੇ ਨੇ, ਆਹ ਨਹੀਂ ਕਿ ਉਹਦੇ ਜੇ ਤੁਸੀਂ ਮੂੰਹ ਤੋਂ ਲਈ ਜਾਓ ਅਫਕੋਰਸ ਤੁਹਾਨੂੰ ਡੈਥ ਹੋ ਸਕਦੀ ਹੈ ਉਹਦੇ ਤੋਂ ਵੀ, ਜਾਂ ਰਿਸਪਾਇਰੇਟਰੀ ਡਿਸਟ੍ਰੈਸ ਹੋ ਸਕਦਾ ਉਹਦੇ ਤੋਂ ਵੀ। ਪਰ ਜਿੰਨੇ ਆਪਾਂ ਅਮਾਊਂਟ ਆਪਾਂ ਹੈਂਡਲ ਕਰ ਸਕਦੇ ਹਾਂ ਉਹ ਬਹੁਤ ਡਿਫਰੈਂਟ ਹੁੰਦੇ ਨੇ। IV ਤੁਸੀਂ ਬਹੁਤ ਸਾਰਾ ਡਰੱਗ, ਜਾਂ ਸਮੋਕਿੰਗ ਵੀ ਤੁਸੀਂ ਬਹੁਤ ਸਾਰਾ ਡਰੱਗ ਇੱਕੋ ਵਾਰੀ 'ਚ ਸਿੱਧਾ ਆਪਣੇ ਦਿਮਾਗ ਵੱਲ ਭੇਜ ਸਕਦੇ ਹਾਂ। ਓਰਲ ਦੇ ਜਿਹੜੀ ਚੀਜ਼ ਨੂੰ ਆਪਾਂ ਫਾਰਮਾਕੋਡਾਇਨਾਮਿਕਸ ਤਾਂ ਫਾਰਮਾਕੋਕਿਨੈਟਿਕਸ ਕਹੀਦਾ, ਜਿਵੇਂ ਬਾਡੀ ਨੇ ਕਿਵੇਂ ਇੰਟਰੈਕਟ ਕਰ ਰਹੀ ਹੈ ਤਾਂ ਬਾਡੀ ਡਰੱਗ ਨੂੰ ਕਿਵੇਂ ਬ੍ਰੇਕ ਡਾਊਨ ਕਰ ਰਹੀ ਹੈ, ਥੋੜ੍ਹੇ ਡਿਫਰੈਂਟ ਹੁੰਦੇ ਨੇ। ਓਵਰਆਲ ਲੈਸ ਡੇਂਜਰਸ ਹੁੰਦੇ ਨੇ, ਕਿਉਂਕਿ ਬੇਸਿਕਲੀ ਤੁਹਾਡੀ ਉਹਦੇ ਨਾਲ ਤੁਹਾਨੂੰ ਉਲਟੀਆਂ ਹੋਰ ਆ ਜਾਣਗੀਆਂ ਜੇ ਤੁਸੀਂ ਖਾ ਰਹੇ ਹੈ ਬਹੁਤ ਜ਼ਿਆਦਾ, ਜਾਂ ਤੁਸੀਂ ਜੇ ਇੰਨਾ ਜ਼ਿਆਦਾ ਲੈ ਰਹੇ ਆ, ਤੁਹਾਨੂੰ ਪਹਿਲਾਂ ਹੀ ਸਿਡੇਸ਼ਨ ਦਾ ਇਫੈਕਟ ਹੋਣਾ ਸਲੋਲੀ ਆਏਗਾ ਤੁਹਾਡਾ ਕਾਫੀ। ਨਹੀਂ ਕਿ ਤੁਸੀਂ ਲਿੱਤੀ ਤੇ ਨਾਲ ਹੀ ਪੈਸ ਆਊਟ ਹੋ ਗਏ। ਅੱਛਾ ਡਾਕਟਰ ਸਾਹਿਬ, ਇਸ ਥਿਊਰੀ ਦਾ ਕੀ ਰੀਅਲੀ ਐਨਾਲਿਸਿਸ ਆ ਕਿ ਜਿਹੜਾ ਲਿਵਰ ਆ, ਜਦੋਂ ਕੋਈ ਵੀ ਇੰਜੈਸਟ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀ ਡਰੱਗ, ਇੱਕ ਕਿਸਮ ਦੀ ਪੋਇਜ਼ਨ ਹੈ, ਤਾਂ ਬਾਡੀ ਰਿਜੈਕਟ ਕਰਨਾ ਸ਼ੁਰੂ ਕਰ ਦਿੰਦੀ ਆ, ਉਹਨੂੰ ਪ੍ਰੋਸੈਸ ਹੀ ਨਹੀਂ ਕਰਦਾ, ਉਹਨੂੰ ਬਾਈਪਾਸ ਕਰ ਦਿੰਦਾ, ਕਿਉਂਕਿ ਉਹ ਸਮਝਦਾ, ਬਾਡੀ ਸੈਂਸ ਕਰ ਲੈਂਦੀ ਹੈ ਵੀ ਇਹ ਤਾਂ ਕੋਈ ਪੋਇਜ਼ਨਸ ਸਟੱਫ ਆ ਗਿਆ, ਇਸ ਕਰਕੇ ਇਹਨੂੰ ਮੈਂ ਬਾਈਪਾਸ ਕਰ ਦੇਣਾ। ਲਿਵਰ ਬਾਈਪਾਸ ਕਰ ਸਕਦਾ ਕੁਛ ਇਸ ਤਰ੍ਹਾਂ ਦੀ ਡਰੱਗਸ ਵਗੈਰਾ ਨੂੰ, ਜਾਂ ਪੋਇਜ਼ਨਸ ਜਿਹੜੇ ਸਬਸਟੈਂਸਸ ਨੇ? ਹਾਂਜੀ, ਜਿਵੇਂ ਜੇ ਤੁਸੀਂ ਪੇਟ 'ਚੋਂ ਖਾਂਦੇ ਆ, ਉਦੋਂ ਲਿਵਰ 'ਚੋਂ ਲੰਘਦਾ ਹੁੰਦਾ ਪਹਿਲਾਂ ਹੀ ਸਮਾਨ, ਤਾਂ ਮੈਜੋਰਿਟੀ ਜਿਹੜੇ ਓਪੀਓਇਡਸ ਹੈਗੇ ਨੇ ਉਹ ਲਿਵਰ ਤੋਂ ਹੀ ਬ੍ਰੇਕ ਡਾਊਨ ਹੁੰਦੇ ਨੇ। ਸੋ ਲਿਵਰ ਕਰਦਾ ਕੋਸ਼ਿਸ਼ ਕਿ ਮੈਂ ਜਿਹੜੀ ਚੀਜ਼ ਮੇਰੇ ਬ੍ਰੇਕ ਡਾਊਨ ਕਰਨ ਲਾਇਕ ਹੈਗੀ ਆ, ਮੈਂ ਇਹਨੂੰ ਫੜ ਕੇ ਤੋੜਦਾ, ਪਰ ਉਸ ਸਿਸਟਮ ਨੂੰ ਤੁਸੀਂ ਓਵਰਵੈਲਮ ਕਰ ਸਕਦੇ ਆ ਫਿਰ ਵੀ, ਹੈ ਨਾ। ਜਿਵੇਂ ਆਪਾਂ ਗੱਲ ਕੀਤੀ ਹੁਣ, ਜਿਵੇਂ ਓਪੀਐਮ ਜਿਹੜੇ ਛੋਟਾ ਡੋਡਾ ਖਾਂਦੇ ਨੇ ਜਾਂ ਜਿਹੜੇ ਪਿਲਸ ਲੈਂਦੇ ਨੇ,
ਯੈਸ ਓਵਰਆਲ ਉਹਨਾਂ ਦੇ ਚਾਂਸਸ ਥੋੜੇ ਘੱਟ ਨੇ ਓਵਰਡੋਜ਼ ਤੇ, ਪਰ ਫਿਰ ਵੀ ਉਹ ਸਿਸਟਮ ਆਰਾਮ ਨਾਲ ਓਵਰਵੈਲਮ ਹੋ ਸਕਦਾ। ਅਸੀਂ ਕਈ ਵਾਰੀ ਦੇਖਦੇ ਹਾਂ ਕਿ ਘਰੇ ਬੱਚਿਆਂ ਨੇ ਜਿਹੜੀ ਡਾਇਲੂਟਡ ਪਿਲਸ ਦਿੱਤੀਆਂ ਹੋਈਆਂ ਤਾਂ ਉਹਦੇ ਨਾਲ ਪਾਸ ਆਊਟ ਹੋ ਗਏ ਜਾਂ ਉਹਦੇ ਨਾਲ ਵੀ ਓਵਰਡੋਜ਼ ਡੈਥ ਹੋ ਗਈ, ਪਰ ਲਿਵਰ ਜ਼ਰੂਰ ਕੋਸ਼ਿਸ਼ ਕਰਦਾ ਤੁਹਾਡਾ ਜੇਕਰ ਇੱਕ ਨਸ਼ਾ ਛਡਾਉਣ ਲਈ ਦੂਜਾ ਨਸ਼ਾ ਦੇ ਦੇਣਾ। ਹੁਣ ਇੱਥੇ ਤੁਸੀਂ ਫਾਰਮੇਸੀ 'ਚ ਜਾਂਦੇ ਹੋ, ਉਹ ਤੁਹਾਨੂੰ ਉੱਥੇ ਖੜ੍ਹੇ ਹੀ ਪਿਲਾ ਦਿੰਦੇ ਨੇ ਇੱਕ ਨਸ਼ਾ, ਕਿਉਂਕਿ ਤੁਸੀਂ ਇੱਕ ਹੋਰ ਨਸ਼ਾ ਛੱਡ ਰਹੇ ਹੁੰਦੇ ਹੋ। ਇਹ ਥਿਊਰੀ ਡਾਕਟਰ ਸਾਹਿਬ ਕਿੰਨੀ ਕੁ ਕਾਮਯਾਬ ਆ ਵੀ ਇੱਕ ਨਸ਼ਾ, ਇੱਕ ਡਰੱਗ ਛਡਵਾਉਣ ਲਈ ਦੂਜਾ ਹੋਰ ਕਿਸਮ ਦਾ ਨਸ਼ਾ ਦੇ ਦੇਣਾ? ਹਾਂਜੀ ਹਾਂਜੀ, ਇਸ ਟਾਪਿਕ ਤੇ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਜਿਵੇਂ ਆਈਡੀਆ ਓਪੀਓਇਡ ਰਿਪਲੇਸਮੈਂਟ ਥੈਰੇਪੀ ਦਾ ਹੈਗਾ ਹੈ ਨਾ, ਕਿਉਂਕਿ ਐਡਿਕਸ਼ਨ ਜਿਹੜੀ ਚੀਜ਼ ਆ ਉਹ ਕਾਫੀ ਕੰਪਲੀਕੇਟਡ ਡਿਜ਼ੀਜ਼ ਹੈ, ਕਈ ਚੀਜ਼ਾਂ ਨੂੰ ਅਫੈਕਟ ਕਰਦੀ ਹੈ, ਪਰ ਓਪੀਓਇਡ ਐਡਿਕਸ਼ਨ ਸਪੈਸੀਫਿਕਲੀ ਵਾਸਤੇ ਰਿਪਲੇਸਮੈਂਟ ਥੈਰੇਪੀ ਦੇ ਕਈ ਫਾਇਦੇ ਹੈਗੇ ਨੇ, ਕਿਉਂਕਿ ਜੇ ਤੁਸੀਂ ਨਹੀਂ ਲੈਂਦੇ ਤਾਂ ਤੁਹਾਡੀ ਹਾਲਤ ਬਹੁਤ ਖਰਾਬ ਹੁੰਦੀ ਹੈ ਤੇ ਤੁਹਾਡੇ ਰੀਲੈਪਸ ਰੇਟਸ ਬਹੁਤ ਹਾਈ ਨੇ। ਪਰ ਜੇ ਤੁਸੀਂ ਲੈ ਰਹੇ ਆ ਉਹਦਾ ਆਈਡੀਆ, ਜਿਹੜੀ ਦਵਾਈਆਂ ਤੁਹਾਨੂੰ ਡਾਕਟਰਾਂ ਕੋਲ ਮਿਲ ਰਹੀਆਂ ਨੇ, ਜਿਹੜੀ ਮੈਥਡੋਨ, ਸੁਬਾਕਸੋਨ, ਕੇਡੀਅਨ ਹੁੰਦੀਆਂ ਨੇ, ਉਹਨਾਂ ਪਿੱਛੇ ਆਈਡੀਆ ਆ ਹੈਗਾ ਕਿ ਤੁਹਾਨੂੰ ਨਸ਼ਾ ਦੇਣਾ ਨਹੀਂ ਹੈਗਾ, ਤੁਹਾਡੀ ਬਾਡੀ ਦੀ ਜਿਹੜੀ ਡਿਪੈਂਡੈਂਸ ਹੈ, ਜਿਹੜੀ ਫਿਜ਼ੀਕਲ ਡਿਪੈਂਡੈਂਸ ਹੈ, ਉਹਦੀ ਟਰੀਟਮੈਂਟ ਵਾਸਤੇ ਉਹ ਪਾਰਟ ਹੈਗਾ ਜ਼ਿਆਦਾ, ਪਰ ਬਾਕੀ ਤੁਹਾਨੂੰ ਕੰਮ ਜਿਹੜੇ ਕਰਨੇ ਪੈਂਦੇ ਨੇ। ਤੁਸੀਂ ਇੱਕ ਇੱਦਾਂ ਸਮਝੋ, ਜੇ ਤੁਸੀਂ ਫਾਰਮੇਸੀ ਰੋਜ਼ ਜਾ ਰਹੇ ਆ, ਤੁਸੀਂ ਆਪਣੀ ਰਿਕਵਰੀ ਵਾਸਤੇ ਵੀ ਇੱਕ ਐਕਟੀਵਿਟੀ ਕਰ ਰਹੇ ਆ, ਹੈ ਨਾ, ਉਹ ਦਵਾਈ ਲੈਣ। ਤੇ ਫਿਰ ਵੀ ਜੇ ਤੁਸੀਂ ਮੈਡੀਕਲ ਹੈਲਪ ਸੀਕ ਕਰ ਰਹੇ ਆ, ਉਹ ਵੀ ਇੱਕ ਸਾਈਨ ਹੈਗਾ ਕਿ ਤੁਸੀਂ ਟਰੀਟਮੈਂਟ ਚਾਹੁੰਦੇ ਆ, ਇਸ ਤੋਂ ਲੰਘਣਾ ਚਾਹੁੰਦੇ ਤਾਂ ਹੋਰ ਵੀ ਹੈਲਪ ਚਾਹੀਦੀ ਹੁੰਦੀ ਹੈ। ਅੱਛਾ ਡਾਕਟਰ ਸਾਹਿਬ, ਮੈਥਾਡੋਨ ਨਾਲ ਵੀ ਓਵਰਡੋਜ਼ ਹੋ ਸਕਦੀ ਹੈ? ਜੇ ਤੁਸੀਂ ਮੈਥਾਡੋਨ ਇਨਅਪਰੋਪਰੀਏਟਲੀ ਲਓ, ਉਹਦੇ ਨਾਲ ਵੀ ਓਵਰਡੋਜ਼ ਹੋ ਸਕਦੀ ਹੈ। ਹਾਂਜੀ। ਅੱਛਾ ਡਾਕਟਰ ਸਾਹਿਬ, ਜਿਹੜੀਆਂ ਇਹ ਦਵਾਈਆਂ ਨੇ ਆਮ ਤੌਰ ਦੇ ਉੱਤੇ, ਪਹਿਲਾਂ ਨਸ਼ੇ ਦੀ ਦਵਾਈ ਜਿਹੜੀ ਆ ਉਹ ਡਾਕਟਰ ਹੀ ਦਿੰਦਾ। ਪਹਿਲਾਂ ਟੈਲਾਨੋਲ 3 ਦੇਤੀ, ਚਲੋ ਪੇਨ ਲਈ ਦੇਤੀ, ਪੇਨ ਤਾਂ ਹਟ ਜਾਂਦੀ ਹੈ, ਪਰ ਜਿਹੜਾ ਉਹਦਾ ਚਸਕਾ ਪੈ ਜਾਂਦਾ ਫਿਰ ਉਹ ਹੋਰ ਖਾਣ ਲੱਗ ਪੈਂਦੇ ਨੇ। ਫੈਂਟਨਲ ਵੀ ਕਹਿੰਦੇ ਇਸੇ ਤਰ੍ਹਾਂ ਹੀ, ਜਿਹੜੀ ਆ ਪਹਿਲਾਂ ਡਾਕਟਰ ਹੀ ਦਿੰਦੇ ਆ, ਉਹਦੇ ਸੁੱਖ ਲਈ, ਤਾਂ ਕਿ ਉਹਦਾ ਪੇਨ ਖਤਮ ਹੋ ਜਾਏ, ਲੇਕਿਨ ਜਦੋਂ ਉਹਨੂੰ ਲੱਗ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਉਹਦਾ ਸਰੀਰ ਉਸ ਦੇ ਉੱਤੇ ਅਡਿਕਟ ਹੋ ਜਾਂਦਾ। ਹੁਣ ਇਹੋ ਜਿਹੀਆਂ ਪੇਨ ਕਿਲਰ ਨਹੀਂ ਜਿਹਦੇ ਤੇ ਤੁਸੀਂ ਅਡਿਕਟ ਨਾ ਹੋਵੋ? ਹਾਂਜੀ, ਜੇ ਇਹਨਾਂ ਪੇਨ ਕਿਲਰਸ ਦਾ ਕੁਛ ਰੋਲ ਹੈਗਾ ਹੈ ਨਾ। ਜੇ ਤੁਹਾਡੀ ਬਾਂਹ ਟੁੱਟ ਜੇ, ਜੇ ਤੁਹਾਡੀ ਬਹੁਤ ਸੀਵੀਅਰ ਸਰਜਰੀ ਹੋਵੇ, ਜਿਵੇਂ ਜੇ ਤੁਹਾਨੂੰ ਅਪੈਂਡਿਸਾਈਟਿਸ ਹੋਇਆ ਤਾਂ ਤੁਹਾਡੀ ਅਬਡੋਮੀਨਲ ਸਰਜਰੀ ਹੋਈ ਆ, ਉਹਦੇ ਵਾਸਤੇ ਫਿਰ ਤੁਹਾਨੂੰ ਜੇ ਅਸੀਂ ਪੇਨ ਵਿੱਚ ਛੱਡ ਦਈਏ, ਉਸ 'ਚ ਵੀ ਇਸ਼ੂ ਹੈਗਾ। ਸੋ ਮੈਂ ਕਹਾਂਗਾ ਕਿ ਜੇ ਆਪਾਂ ਸਮਾਰਟਲੀ ਇਹਨਾਂ ਡਰੱਗਸ ਨੂੰ ਯੂਜ਼ ਕਰੀਏ ਤਾਂ ਬਿਲਕੁਲ ਸ਼ਾਰਟ ਟਰਮ 'ਚ ਅਪਰੋਪਰੀਏਟ ਡੋਸਿੰਗ 'ਚ ਫਿਰ ਕੁਛ ਰੋਲ ਹੈਗਾ। ਪਰ ਤੁਹਾਡੀ ਗੱਲ ਸਹੀ ਹੈ ਕਿ ਕੁਛ % ਲੋਕਾਂ ਨੇ ਜਿਨ੍ਹਾਂ ਨੂੰ ਨਸ਼ੇ ਹੋਏ ਨੇ, ਉਹਨਾਂ ਦੇ ਨਸ਼ੇ ਇੱਦਾਂ ਹੀ ਸ਼ੁਰੂ ਹੋਏ ਨੇ ਕਿ ਉਹਨਾਂ ਨੂੰ ਓਪੀਓਇਡਸ ਦਿੱਤੇ ਗਏ, ਕਈ ਵਾਰੀ ਜ਼ਿਆਦਾ ਡੋਸਾਂ 'ਚ, ਜਾਂ either way prescribed ਜਿਹੜੇ ਉਹਨਾਂ ਨੂੰ ਓਪੀਓਇਡਸ ਦਿੱਤੇ ਗਏ, ਤਾਂ ਇਸ ਕਰਕੇ ਉਹਨਾਂ ਦੇ ਨਸ਼ੇ ਸ਼ੁਰੂ ਹੋ ਗਏ। ਮੈਜੋਰਿਟੀ ਲੋਕਾਂ ਦੀ ਐਡਿਕਸ਼ਨ ਇੱਦਾਂ ਨਹੀਂ ਸ਼ੁਰੂ ਹੁੰਦੀ। ਫੈਂਟਨਲ ਵਰਗੇ ਡਰੱਗ ਤਾਂ ਮੈਂ ਕਹਾਂਗਾ ਸਿਰਫ ਕੈਂਸਰ ਪੇਨ ਟਰੀਟਮੈਂਟ ਵਾਸਤੇ ਅਪਰੋਪਰੀਏਟ ਨਹੀਂ। ਅੱਜ ਜੇ ਕਿਸੇ ਨੂੰ ਬਹੁਤ ਹੀ ਸਿਵੀਅਰ ਅਕਿਊਟ ਪੇਨ ਹੋ ਰਹੀ ਹੈ, ਫਿਰ ਉਹਨਾਂ ਨੂੰ ਤੁਸੀਂ ਦੇ ਸਕਦੇ ਆ। ਵੈਸੇ ਜਿਵੇਂ ਲੋਕਾਂ ਦੀ ਜਿਹੜੀਆਂ ਨੋਰਮਲ ਸਰਜਰੀਜ਼, ਨੋਰਮਲ ਪ੍ਰੋਸੀਜਰਸ, ਜਾਂ ਤੁਹਾਡੀ ਕੋਈ ਡਿਸਲੋਕੇਸ਼ਨ ਹੋਈ ਹੈ ਐਲਬੋ ਦੀ ਜਾਂ ਹੋਰ ਕਿਸੇ ਚੀਜ਼ ਵਾਸਤੇ, ਉਸ ਵਾਸਤੇ ਫੈਂਟਨਲ ਜ਼ਿਆਦਾਤਰ ਅਵੋਇਡ ਕਰਨੀ ਚਾਹੀਦੀ ਹੈ। ਬੱਚੇ ਦੇ ਜਨਮ ਵੇਲੇ ਵੀ ਮਾਂ ਨੂੰ ਜਦੋਂ ਪੇਨ 'ਚ ਤਾਂ ਮੇਰੇ ਖਿਆਲ ਫੈਂਟਨਲ ਹੀ ਦਿੰਦੇ ਜੀ? ਹਾਂਜੀ, ਉਹ ਲਾਸਟ ਆਪਸ਼ਨ ਹੁੰਦੀ ਹੈ ਫੈਂਟਨਲ ਲੋ ਡੋਜ਼ ਵਾਲੀ, ਉਹ ਬਹੁਤ ਘੱਟ ਡੋਜ਼ ਵਾਲੀ ਹੁੰਦੀ ਹੈ, ਤਾਂ ਬੇਸਿਕਲੀ ਯੂਜ਼ ਐਜ਼ ਅ ਲਾਸਟ ਆਪਸ਼ਨ। ਜਿਵੇਂ ਉਹ ਪਹਿਲਾਂ ਲਾਫਿੰਗ ਗੈਸ ਦੇ ਸਕਦੇ ਨੇ, ਜਾਂ ਜੇ ਅਪਰੋਪਰੀਏਟ ਹੋਵੇ ਐਪੀਡਿਊਰਲ ਕਰ ਸਕਦੇ ਨੇ, ਜਿਹਦੇ ਨਾਲ ਤੁਹਾਡਾ ਸਾਰਾ ਥੱਲੇ ਦੀ ਫੀਲਿੰਗ ਚਲੀ ਜਾਂਦੀ ਹੈ। ਪਰ ਉਹ ਕਦੀ ਉਹ ਪ੍ਰੋਸੀਜਰ ਤੁਹਾਨੂੰ ਨਹੀਂ ਮਿਲ ਸਕਦਾ ਟਾਈਮ ਸਿਰ, ਤਾਂ ਫਿਰ ਉਸ ਟਾਈਮ 'ਤੇ ਜੇ ਤੁਸੀਂ ਲੋ ਡੋਜ਼ ਫੈਂਟਨਲ ਦਿਓ, ਮੇਰੇ ਖਿਆਲ ਉਹ ਬਿਲਕੁਲ ਅਪਰੋਪਰੀਏਟ ਟਰੀਟਮੈਂਟ ਹੈ। ਉਹ ਜ਼ਿਆਦਾਤਰ ਨਾ ਲੋਕਾਂ ਨੂੰ ਉਹ ਟਾਈਮ ਯਾਦ ਰੱਖਦਾ, ਨਾ ਉਹ ਜਿਹੜੀ ਸਮਝਦੇ ਨੇ ਕਿ ਉਹ ਸਾਰੀ ਪੇਨ ਚਲੀ ਗਈ ਉਹਦੇ ਨਾਲ ਜਾਂ ਹੋਰ ਕੁਛ। ਡਾਕਟਰ ਸਾਹਿਬ, ਇੱਕ ਗੱਲ ਹੋਰ ਦੱਸੋ ਸਾਨੂੰ ਕਿ ਜਿਹੜੀ ਆਟੋ ਬਰੂਰੀ ਸਿੰਡਰਮ ਹੈ ਉਹ ਕੀ ਆ?
ਇਹ ਕਾਮਨ ਹੈ ਜਾਂ ਕਿ ਕਿਤੇ ਕਿਤੇ ਹੁੰਦਾ? ਸੌਰੀ ਮੈਂ ਸਮਝਿਆ ਨਹੀਂ, ਕੀ ਗੱਲ ਕਹੀ ਤੁਸੀਂ? ਆਟੋ ਬਰੂਰੀ ਸਿੰਡਰਮ, ਇੱਕ ਕਿਸਮ ਦਾ ਸਿੰਡਰਮ ਹੋ ਜਾਂਦਾ ਅਲਕੋਹਲ ਦੀ ਪੁਆਇਜ਼ਨਿੰਗ ਤੋਂ ਪਹਿਲਾਂ ਜਾਂ ਹਾਂਜੀ, ਉਹ ਕਾਫੀ ਅਨਕਾਮਨ ਸਿੰਡਰਮ ਹੁੰਦਾ ਜਿਸ 'ਚ ਬੇਸਿਕਲੀ ਤੁਹਾਡੀ ਮੈਟਾਬੋਲਿਕਸ ਉਹ 'ਚ ਕਾਫੀ ਮਤਲਬ ਖਰਾਬ ਹੋ ਜਾਂਦੇ, ਮਤਲਬ ਕਿ ਤੁਸੀਂ ਆਪ ਥੋੜਾ ਐਲਕੋਹਲ ਵਰਗੇ ਕਈ ਪ੍ਰਕਾਰ ਦੇ ਐਲਕੋਹਲ ਤੁਹਾਡੀ, ਜਦੋਂ ਤੁਹਾਡੀ ਬੋਡੀ ਆਪ ਹੀ ਅਲਕੋਹਲ ਬਣਾਉਣ ਲੱਗ ਪੈਂਦੀ ਹੈ। ਹਾਂਜੀ, ਉਹ ਕੁਛ ਲੈਵਲ ਦੇ ਪ੍ਰੋਡਕਸ਼ਨ ਹੁੰਦੀ ਹੈ, ਪਰ ਜੇ ਕਾਫੀ ਅਨਕਾਮਨ ਕੰਡੀਸ਼ਨ ਹੈਗੀ ਹੈ ਤਾਂ ਜਿਵੇਂ ਨਾ ਜ਼ਿਆਦਾ ਲੋਕਾਂ ਨੂੰ ਅਫੈਕਟ ਕਰਦੀ ਹੈ। ਇਹਦੀ ਟਰੀਟਮੈਂਟ ਵਾਸਤੇ ਬੇਸਿਕਲੀ ਲੋਕੀ ਡਾਇਲਿਸਿਸ ਤੇ ਹੁੰਦੇ ਨੇ, ਜਿਹੜੀ ਕਿ ਤੁਹਾਡੇ ਗੁਰਦਿਆਂ ਦੀ ਰਿਪਲੇਸਮੈਂਟ ਥੈਰੇਪੀ ਹੁੰਦੀ ਹੈ ਕਦੀ ਕਦੀ, ਜਾਂ ਤੁਸੀਂ ਇੰਨੇ ਬਿਮਾਰ ਹੁੰਦੇ ਕਿ ਤੁਸੀਂ ICU 'ਚ ਹੁੰਦੇ ਹੋ। ਸੋ ਇਹ ਕਾਮਨ ਕੰਡੀਸ਼ਨ ਹੀ ਹੈਗੀ ਜਿਹਦੇ ਨਾਲ ਜਿਹਨੂੰ ਅਸੀਂ ਜ਼ਿਆਦਾ ਡੀਲ ਕਰੀਦਾ। ਸੋ ਕਿਤੇ ਕਿਤੇ ਬੋਡੀ ਆਪਣੇ ਆਪ ਹੀ ਅਲਕੋਹਲ ਬਣਾਉਣ ਲੱਗ ਪੈਂਦੀ ਹੈ ਆਪ ਦਾ ਹੀ। ਹਾਂਜੀ, ਬਾਡੀ ਦੀ ਬਾਇਓਕੈਮਿਸਟਰੀ ਕਾਫੀ ਕੰਪਲੈਕਸ ਹੈ ਜੀ। ਜਿਵੇਂ ਜਿਹੜੇ ਤੁਸੀਂ ਦੇਖੋ ਤਾਂ ਕਈ ਐਲਕੋਹਲ, ਕਈ ਡਿਫਰੈਂਟ ਪ੍ਰਕਾਰ ਦੇ ਐਲਕੋਹਲ ਦੇ ਬ੍ਰੇਕਡਾਊਨ ਪ੍ਰੋਡਕਟਸ ਅੰਦਰ ਵੀ ਐਲਕੋਹਲ ਹੁੰਦੇ ਨੇ। ਅਲਕੋਹਲ ਨਹੀਂ ਹੁੰਦੇ, ਨਿਊਟਰਲਾਈਜ਼ ਹੋ ਜਾਂਦੇ ਆ। ਹਾਂਜੀ, ਫਿਰ ਅੱਗੋਂ ਹੋਰ ਬ੍ਰੇਕਡਾਊਨ ਹੋ ਜਾਂਦਾ। ਜ਼ਿਆਦਾਤਰ ਇਹਦਾ ਲਿਵਰ 'ਚ ਹੁੰਦਾ, ਤੁਹਾਡੇ ਜਿਗਰ 'ਚ ਕਈ ਪ੍ਰਕਾਰ ਦੇ ਸਮਾਲ ਅਮਾਊਂਟਸ ਐਲਕੋਹਲ ਜੇ ਵੀ ਬਣ ਸਕਦੇ ਨੇ, ਤਾਂ ਫਿਰ ਉਸ ਤੋਂ ਬਾਅਦ ਉਹਨਾਂ ਦਾ ਬ੍ਰੇਕਡਾਊਨ ਫਿਰ ਹੋ ਜਾਂਦਾ। ਪਰ ਜ਼ਿਆਦਾਤਰ ਆਹ ਕੰਡੀਸ਼ਨਸ ਬਹੁਤ ਅਨਕਾਮਨ ਹੁੰਦੀਆਂ। ਜੇ ਤੁਹਾਨੂੰ ਬਹੁਤ ਹੀ ਜ਼ਿਆਦਾ ਗੁਰਦਿਆਂ ਦੀ ਜਾਂ ਜਿਗਰ ਦੀ ਪ੍ਰੋਬਲਮ ਹੋ ਰਹੀ ਹੈ, ਫਿਰ ਇਸ਼ੂਜ਼ ਆ ਸਕਦੇ ਨੇ। ਅੱਛਾ ਡਾਕਟਰ ਸਾਹਿਬ, ਜਿਵੇਂ ਸਾਨੂੰ ਹੁਣ ਬਹੁਤ ਸਾਰੇ ਨਸ਼ਿਆਂ ਦਾ ਪਤਾ, ਕੋਕੇਨ ਦਾ ਪਤਾ ਵੀ ਕੋਕਾ ਲੀਫ ਤੋਂ ਬਣਾਉਂਦੇ ਆ ਇਸ ਨੂੰ, ਜਾਂ ਸਾਨੂੰ ਪਤਾ ਓਪੀਐਮ ਦਾ ਉਹ ਵੀ ਕਿੱਥੋਂ ਬਣਦੀ ਆ। ਇਹ ਪਲਾਂਟ ਦੇ ਨਸ਼ੇ ਆ। ਜਿਹੜੀ ਫੈਂਟਨਲ ਆ, ਇਹ ਅੱਜ ਕੱਲ੍ਹ ਨਾਂ ਬਾਰ-ਬਾਰ ਆ ਰਿਹਾ। ਫੈਂਟਨਲ ਕੀ ਆ, ਕਿਵੇਂ ਬਣਦੀ ਆ ਇਹ, ਇਹਦੇ ਕੀ ਅਸਰ, ਕਿਵੇਂ ਰਿਐਕਟ ਕਿਵੇਂ ਕਰਦੀ ਬੋਡੀ ਦੇ ਵਿੱਚ? ਹਾਂਜੀ, ਹੈਗੀ ਆ ਓਪੀਓਇਡ ਮੈਡੀਕੇਸ਼ਨ ਹੈਗੀ ਹੈ, ਮਤਲਬ ਸੇਮ ਅੰਬਰੇਲਾ ਦੇ ਅੰਡਰ ਆਉਂਦੀ ਹੈ, ਜਿਹੜਾ ਕਿ ਕਹਿ ਲਓ ਓਪੀਅਮ ਜਾਂ ਉਹ ਤੋਂ ਜਿਹੜੀ ਬਣੀ ਹੋਈ ਹੈਰੋਇਨ, ਮੋਰਫੀਨ, ਕੋਡੀਨ ਜਿਹਨਾਂ ਨੂੰ ਆਪਾਂ ਸਮਝਦੇ ਹਾਂ। ਪਰ ਬੇਸਿਕਲੀ ਕੈਂਸਰ ਪੇਨ ਟਰੀਟ ਕਰਨ ਵਾਸਤੇ, ਜਿਹਦੇ ਵਾਸਤੇ ਕੋਈ ਖਾਸ ਉਪਾਅ ਨਹੀਂ ਸੀਗੇ ਪਹਿਲਾਂ, ਉਹਨਾਂ ਨੂੰ ਟਰੀਟ ਕਰਨ ਵਾਸਤੇ ਕਾਫੀ ਡਿਫਰੈਂਟ ਪ੍ਰਕਾਰ ਦੇ ਸਿੰਥੈਟਿਕ ਓਪੀਓਇਡਸ ਬਣਾਏ ਗਏ ਨੇ। ਮਤਲਬ ਕਿ ਬਾਡੀ 'ਚ ਜਿਹੜੇ ਮਲਟੀਪਲ ਟਾਈਪ ਦੇ ਓਪੀਓਇਡ ਰਿਸੈਪਟਰਸ ਹੈਗੇ ਨੇ, ਉਹਨਾਂ ਨੂੰ ਅਟੈਚ ਕਰਦੇ ਨੇ, ਪਰ ਬਣਾਏ ਆ ਕੰਪਲੀਟਲੀ ਲੈਬ ਵਿੱਚ ਗਏ ਨੇ। ਤਾਂ ਫੈਂਟਨਲ ਜਿਹੜੀ 1960s ਬਣਾਈ ਗਈ ਹੈ, ਕਾਫੀ ਪੋਟੈਂਟ ਓਪੀਓਇਡ ਹੈ, ਮਤਲਬ ਕਾਫੀ ਛੋਟੇ ਅਮਾਊਂਟ ਨਾਲ ਬਹੁਤ ਇਫੈਕਟ ਹੁੰਦਾ ਉਸ ਰਿਸੈਪਟਰ 'ਤੇ। ਤਾਂ ਉਹਦੇ ਕਈ ਐਨਾਲੌਗਸ ਵੀ ਅੱਗੋਂ ਬਣਾਏ ਗਏ ਨੇ, ਮਤਲਬ ਉਹਦੇ ਰਿਲੇਟਡ ਡਰੱਗਸ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਾਰਫੈਂਟਨਲ ਬਾਰੇ। ਪਰ ਜਿਹੜੀਆਂ ਦੂਸਰੀਆਂ ਕਈ ਲੌਂਗ ਐਕਟਿੰਗ ਡਰੱਗਸ ਵੀ ਹੈਗੇ ਨੇ ਐਸੀ ਰਿਗਾਰਡਸ। ਫੈਂਟਨਲ ਕਾਫੀ ਸ਼ਾਰਟ ਐਕਟਿੰਗ ਹੈਗਾ। ਜਿਹੜੇ ਸਿੰਥੈਟਿਕ ਹੁੰਦੇ ਨੇ, ਉਹ ਮੈਥਾਡੋਨ ਵੀ ਸਿੰਥੈਟਿਕ ਓਪੀਓਇਡਸ 'ਚੋਂ ਇੱਕ ਹੈਗੀ, ਪਰ ਉਹ ਕਾਫੀ ਲੌਂਗ ਐਕਟਿੰਗ ਹੈਗੀ। ਅੱਛਾ ਡਾਕਟਰ ਸਾਹਿਬ, ਹੁਣ ਅਖੀਰਲੇ ਹਿੱਸੇ ਵਿੱਚ ਸਾਨੂੰ ਇਹ ਦੱਸੋ ਵੀ ਇਹ ਤੋਂ ਹੁਣ ਪ੍ਰੀਵੈਂਟ ਕਿਵੇਂ ਕੀਤਾ ਜਾ ਸਕਦਾ? ਹੁਣ ਜਦੋਂ ਹੈਂਗਓਵਰ ਹੁੰਦਾ, ਜਿਵੇਂ ਅਲਕੋਹਲ ਦਾ ਹੈਂਗਓਵਰ ਹੁੰਦਾ, ਇਹਨਾਂ ਜਿਹੜੀਆਂ ਸਿੰਥੈਟਿਕ ਡਰੱਗਸ ਨੇ, ਇਹਨਾਂ ਤੋਂ ਵੀ ਹੈਂਗਓਵਰ ਹੋ ਜਾਂਦਾ? ਹਾਂਜੀ, ਇਹਨਾਂ ਤੋਂ ਇੰਨੀ ਤੁਹਾਡੀ ਮਤਲਬ ਹੈਂਗਓਵਰ ਵਾਲੀ ਹਾਲਤ ਖਰਾਬ ਨਹੀਂ ਹੁੰਦੀ, ਪਰ ਜਦ ਜਿਸਮ ਨੂੰ ਇਹਨਾਂ ਤੇ ਡਿਪੈਂਡੈਂਸ ਹੋ ਜਾਂਦੀ, ਜਦ ਤੁਸੀਂ ਕੁਛ ਹਫ਼ਤਿਆਂ ਜਾਂ ਕੁਛ ਮਹੀਨਿਆਂ ਜਾਂ ਕੁਛ ਸਾਲਾਂ ਵਾਸਤੇ ਵਰਤ ਰਹੇ ਆ, ਤੇ ਜੇ ਤੁਸੀਂ ਵਰਤਣਾ ਰੋਕ ਦਿੰਦੇ ਆ ਤਾਂ ਤੁਹਾਨੂੰ ਵਿਡਰੋਅਲ ਸਿੰਪਟਮਸ ਹੁੰਦੇ ਨੇ। ਜ਼ਿਆਦਾਤਰ ਇਹਨਾਂ ਦੇ ਹੈਂਗਓਵਰ ਨਹੀਂ ਹੁੰਦੇ, ਕਿਉਂਕਿ ਐਲਕੋਹਲ ਵਾਂਗੂ ਆਪਣੀ ਬਾਡੀ 'ਚ ਉਹਨੇ ਇਲੈਕਟ੍ਰੋਲਾਈਟ ਪ੍ਰੋਬਲਮਸ, ਜਿਵੇਂ ਜਿਹੜੇ ਬਾਡੀ ਦੇ ਸਾਲਟਸ ਹੁੰਦੇ ਨੇ, ਜਾਂ ਇੰਨੇ ਫਲੂਇਡ ਸ਼ਿਫਟ ਵਾਲੇ ਪ੍ਰੋਬਲਮਸ ਨਹੀਂ ਕਰਦੇ। ਪਰ ਇਹਨਾਂ ਦੇ ਵਿਡਰੋਅਲ ਦਾ ਵੱਡਾ ਇਸ਼ੂ ਹੁੰਦਾ। ਲੋਕਾਂ ਦਾ ਜਿਸਮ ਇੰਨਾ ਔਖਾ ਹੋ ਜਾਂਦਾ, ਫਿਰ ਉਹਨਾਂ ਨੂੰ ਹੋਰ ਵਰਤਣ ਦੀ ਲੋੜ ਪੈਂਦੀ ਹੈ। ਤਾਂ ਜਿਵੇਂ ਆਪਾਂ ਗੱਲ ਕਰ ਰਹੇ ਸੀ, ਉਹੀ ਟੋਲਰੈਂਸ ਤੁਹਾਡੀ ਬਦਲਦੀ ਰਹਿੰਦੀ ਹੈ। ਤੇ ਨਾਲੇ ਜਿਹੜੀ ਇਸ ਵੇਲੇ ਡਰੱਗ ਸਪਲਾਈ ਹੈਗੀ ਹੈ, ਉਹ ਕਲੀਅਰਲੀ ਕਾਫੀ ਟੌਕਸਿਕ ਹੈਗੀ ਹੈ, ਜਾਂ ਲੋਕੀ ਜਿਨ੍ਹਾਂ ਕੋਲੋਂ ਖਰੀਦ ਰਹੇ ਨੇ
ਉਹ ਕੀ ਪਾ ਰਹੇ ਨੇ ਉਸ 'ਚ, ਜਾਂ ਉਹਨਾਂ ਨੂੰ ਆਪ ਨਹੀਂ ਪਤਾ ਕਿ ਕੀ ਹੈਗਾ ਇਸ 'ਚ। ਡਾਕਟਰ ਸਾਹਿਬ, ਜਦੀਆਂ ਇਹ ਮੌਤਾਂ ਹੋਣ ਲੱਗੀਆਂ ਨੇ ਜਿਹੜੀਆਂ ਇਹਨਾਂ ਡਰੱਗਸ ਦੇ ਨਾਲ ਹੁੰਦੀਆਂ, ਓਵਰਡੋਜ਼ ਦੇ ਨਾਲ, ਲੋਕ ਡਰੇ ਹੋਏ ਆ, ਔਰ ਹੁਣ ਦਿਲ ਨਹੀਂ ਕਰਦਾ ਕਿ ਕੋਈ ਤੁਹਾਡਾ ਫੈਮਿਲੀ ਮੈਂਬਰ ਆ ਜਿਹੜਾ ਚੰਗਾ ਭਲਾ ਉਹ ਇਕੱਲਾ ਬੈਡਰੂਮ 'ਚ ਪਿਆ ਵੀ ਸਵੇਰੇ ਉੱਠੇਗਾ ਜਾਂ ਨਹੀਂ ਉੱਠੇਗਾ। ਜੇ ਉਹ ਨੋਰਮਲ ਟਾਈਮ 'ਤੇ ਨਹੀਂ ਉੱਠਦਾ ਤਾਂ ਲੋਕ ਦਰਵਾਜ਼ੇ ਖੜਕਾਉਣ ਲੱਗ ਪੈਂਦੇ ਆ ਕਿ ਦੇਖੋ ਕੀ ਗੱਲ ਹੋ ਗਈ, ਉੱਠੇ ਨੇ, ਕਿਉਂਕਿ ਡਰ ਪੈਦਾ ਹੋ ਗਿਆ। ਇਹ ਕਿਵੇਂ ਪ੍ਰੀਵੈਂਟ ਕੀਤੀਆਂ ਜਾ ਸਕਦੀਆਂ ਨੇ? ਹੁਣ ਡਾਕਟਰ ਬੌਨੀ ਹੈਨਰੀ ਕਹਿੰਦੇ ਕਿ ਇਕੱਲੇ ਨਾ ਤੁਸੀਂ ਡਰੱਗ ਕਰੋ। ਜਿਹੜੀ ਡਾਕਟਰ ਲਈ ਪੁਆਇੰਟ ਆ ਉਹ ਵੀ ਕਹਿੰਦੇ ਕਿ ਇਕੱਲੇ ਨਾ ਤੁਸੀਂ ਕਰੋ ਡਰੱਗ। ਜੇ ਡਰੱਗ ਕਰਨੀ ਵੀ ਹੈ ਤਾਂ ਦੂਜਿਆਂ ਦੀ ਹਾਜ਼ਰੀ 'ਚ ਆਪਣੇ ਫਰੈਂਡਸ ਦੇ ਨਾਲ ਡਰੱਗ ਕਰੋ। ਹੁਣ ਕਈ ਵਾਰੀ ਬੜੀ ਹੈਰਾਨੀ ਹੁੰਦੀ ਸਧਾਰਨ ਬੰਦੇ ਨੂੰ ਕਿ ਇਸ ਤਰ੍ਹਾਂ ਦੀ ਜਿਹੜੀ ਸਟੇਟਮੈਂਟ ਹੈ ਇੰਨੇ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਆ ਰਹੀ ਹੈ। ਇਹ ਇਕੱਠੇ ਹੋ ਕੇ ਡਰੱਗ ਕਰਨ ਦਾ ਕੀ ਫਾਇਦਾ? ਕਿਵੇਂ ਮੌਤ ਪ੍ਰੀਵੈਂਟ ਹੋ ਸਕਦੀ ਹੈ? ਹਾਂਜੀ, ਇਕੱਠੇ ਹੋ ਕੇ ਮੌਤ ਪ੍ਰੀਵੈਂਟ ਇੱਦਾਂ ਹੋ ਸਕਦੀ ਕਿ ਜੇ ਤੁਸੀਂ ਸਬਸਟੈਂਸਿਸ ਵਰਤ ਹੀ ਰਹੇ ਹੈ ਨਾ, ਤਾਂ ਜੇ ਤੁਸੀਂ ਟਰਨਸ ਲੈ ਰਹੇ ਹੋ ਤਾਂ ਇਹਨਾਂ ਦਾ ਪੀਕ ਇਫੈਕਟ ਕਹਿ ਲਓ ਕੁਛ ਮਿੰਟਾਂ ਵਾਸਤੇ ਹੀ ਹੁੰਦਾ, 20 ਮਿੰਟ 15 ਮਿੰਟ। ਜੇ ਕਹਿ ਲਓ ਤੁਸੀਂ ਤਾਂ ਮੈਂ ਜਿਹੜੇ ਆਸਮਾਨ ਨਹੀਂ ਵਰਤਦੇ ਇਕੱਠੇ ਬੈਠ ਕੇ ਵਰਤ ਰਹੇ ਹਾਂ, ਜੇ ਮੈਂ ਤੁਹਾਨੂੰ ਜੇ ਮੈਂ ਡੋਜ਼ ਦਿੱਤੀ ਤਾਂ ਤੁਸੀਂ ਮੈਨੂੰ ਦੇਖ ਰਹੇ ਆ, ਜੇ ਮੈਂ ਸਾਹ ਲੈਣਾ ਬੰਦ ਕਰਦਾ ਜਾਂ ਜੇ ਮੈਂ ਬਿਲਕੁਲ ਮੇਰਾ ਲੈਵਲ ਆਫ ਕੌਨਸ਼ੀਅਸਨੈਸ ਚਲਾ ਜਾਵੇ, ਫਿਰ ਤੁਸੀਂ ਮੈਨੂੰ ਨਾਰਕੈਨ ਦੇ ਕੇ ਮੈਨੂੰ ਬਚਾ ਸਕਦੇ ਆ। ਇੱਦਾਂ ਹੀ ਜਿਹੜੀਆਂ ਇੰਜੈਕਸ਼ਨ ਸਾਈਟਸ ਹੁੰਦੀਆਂ ਨੇ ਉੱਥੇ ਵੀ ਲੋਕਾਂ ਨੂੰ ਇੱਦਾਂ ਹੀ ਹੈਲਪ ਮਿਲ ਰਹੀ ਹੈ। ਤਾਂ ਕਈ ਜਿਹੜੀਆਂ ਨਲੋਕਸੋਨ ਕਿਟਸ ਵੀ ਹੈਂਡ ਆਊਟ ਕੀਤੀਆਂ ਗਈਆਂ, ਉਹਦੇ ਨਾਲ ਵੀ ਇਹੀ ਹੈਲਪ ਹੋਈ ਹੈ। ਭਾਈ ਪ੍ਰੋਬਲਮ ਆ ਹੈ ਕਿ ਸਾਡੀ ਸੋਸਾਇਟੀ 'ਚ ਲੋਕ ਸਬਸਟੈਂਸਿਸ ਵਰਤ ਰਹੇ ਨੇ, ਸੋ ਉਹ ਰਿਐਲਿਟੀ ਹੈਗੀ ਹੈ ਜਿਹਦੇ ਨਾਲ ਆਪਾਂ ਨੂੰ ਡੀਲ ਕਰਨਾ ਪੈਣਾ ਹੈ ਨਾ। ਇੱਦਾਂ ਕਹਿਣਾ ਕਿ ਜੇ ਨਾ ਵਰਤਣ ਜਾਂ ਇਕੱਲੇ ਵਰਤਣ ਉਹਦੇ ਨਾਲ ਸਭ ਠੀਕ ਹੋ ਜਾਏਗਾ, ਹੋ ਨਹੀਂ ਰਿਹਾ। ਤਾਂ ਕਾਫੀ ਜਵਾਨ ਲੋਕ ਬਹੁਤ ਔਖੇ ਹੋ ਰਹੇ ਨੇ। ਤਾਂ ਆਪਾਂ ਨੂੰ ਕੰਪਰੀਹੈਂਸਿਵ ਅਪਰੋਚ ਲੈਣੀ ਪੈਣੀ ਹੈ, ਜਿਸ 'ਚ ਹੁਣ ਇਸ ਵੇਲੇ ਆਪਾਂ ਲੋਕਾਂ ਨੂੰ ਆਹੀ ਕਹੀਏ ਕਿ ਜੇ ਤੁਸੀਂ ਵਰਤ ਰਹੇ ਹੋ, ਪਲੀਜ਼ ਕਿਸੇ ਹੋਰ ਦੇ ਨਾਲ ਵਰਤੋ, ਜਾਂ ਕਿਸੇ ਹੋਰ ਨੂੰ ਪਤਾ ਹੋਵੇ ਤਾਂ ਤੁਹਾਡੇ ਉੱਪਰ ਆ ਕੇ ਚੈੱਕ ਕਰਨ ਅਗਲੇ ਹੀ ਕੁਛ ਮਿੰਟਾਂ 'ਚ। ਹੁਣ ਡਾਕਟਰ ਸਾਹਿਬ, ਸਾਡੀ ਸੁਸਾਇਟੀ ਦੇ ਵਿੱਚ ਇਹ ਸਟਿਗਮਾ ਵੀ ਆ, ਇੱਕ ਡਰ ਵੀ ਆ। ਹੁਣ ਬੱਚਿਆਂ ਨੂੰ ਕਈ ਮਾਪੇ ਸਿੱਧੇ ਵੀ ਨਹੀਂ ਕਹਿ ਸਕਦੇ। ਇੱਕ ਬਹੁਤ ਐਜੂਕੇਟਡ ਵਿਅਕਤੀ ਨੇ ਜਿਹੜਾ ਕਿ ਜਿਹਦੇ 2 ਪੁੱਤਰ ਨੇ, ਉਹਨੇ ਮੈਨੂੰ ਇਹ ਦੱਸਿਆ, ਕਹਿੰਦਾ ਮੇਰੇ ਮੁੰਡੇ ਦੋਨੇ ਹੀ ਜਵਾਨ ਆ, ਇਹਨਾਂ ਦੇ ਵਿੱਚ ਆਪਸ ਵਿੱਚ ਹੀ 1.5 ਸਾਲ ਦਾ ਹੀ ਫਰਕ ਆ, ਔਰ ਇਹ ਬਾਹਰ ਅੰਦਰ ਜਾਂਦੇ ਆ, ਪਾਰਟੀਆਂ ਪੂਰਟੀਆਂ ਕਰਦੇ ਆ। ਮੈਂ ਇਹਨਾਂ ਨੂੰ ਪੁੱਛ ਤੇ ਨਹੀਂ ਸਕਦਾ, ਨਾ ਹੀ ਮੈਨੂੰ ਦੱਸਦੇ ਆ। ਮੈਨੂੰ ਪਤਾ ਵੀ ਇਹ ਸ਼ਰਾਬ ਪੀ ਲੈਂਦੇ ਆ, ਪਰ ਮੈਂ ਘਰੇ ਕਹਿੰਦਾ ਨੈਲੋਕਸਿਨ ਲਿਆ ਕੇ ਰੱਖੀ ਇਹਨਾਂ ਤੋਂ ਚੋਰੀ। ਮੈਨੂੰ ਨਹੀਂ ਪਤਾ ਵੀ ਇਹ ਡਰੱਗ ਕਰਦੇ ਆ, ਕਿਤੇ ਡਰੱਗ ਦੀ ਕਿਤੇ ਡੋਜ਼ ਕਰ ਨਾ ਜਾਣ, ਇਸ ਕਰਕੇ ਮੈਂ ਨਿਗਾਹ ਰੱਖਦਾ। ਸੋ ਇਸ ਕਰਕੇ ਮੈਂ ਨੈਲੋਕਸਿਨ ਘਰੇ ਲਿਆ ਕੇ ਰੱਖੀ ਹੋਈ ਆ। ਉਹ ਕਿੱਟ ਹੈਲਪ ਕਰਦੀ ਹੈ ਜੀ? ਬਿਲਕੁਲ ਜੀ। ਜਿਹੜੇ ਲੋਕਾਂ ਨੂੰ ਹਜ਼ਾਰਾਂ ਓਵਰਡੋਸਿਸ ਹੁੰਦੀਆਂ ਨੇ, ਜਿੰਨਾ ਹਰ ਮਹੀਨੇ ਜਿਨ੍ਹਾਂ 'ਚੋਂ ਲੋਕਾਂ ਨੂੰ ਵਾਪਸ ਵੀ ਲਿਆਇਆ ਜਾ ਸਕਦਾ, ਤਾਂ ਉਹਦੀ ਹੈਲਪ ਨੈਲੋਕਸੋਨ ਤੋਂ ਹੀ ਹੁੰਦੀ ਹੈ। ਕਿਉਂਕਿ ਨੈਲੋਕਸੋਨ ਜਾ ਕੇ ਓਪੀਓਇਡ ਰਿਸੈਪਟਰ ਨੂੰ ਜ਼ਿਆਦਾ ਜ਼ੋਰ ਦੀ ਲੱਗਦੀ ਹੈ ਕਿਸੇ ਵੀ ਹੋਰ ਡਰੱਗ ਨਾਲੋਂ, ਫੈਂਟਨਲ ਨਾਲੋਂ ਵੀ। ਤਾਂ ਉਹਦਾ ਇਫੈਕਟ ਰਾਈਟ ਅਵੇ ਰੋਕ ਦਿੰਦੀ ਹੈ। ਤੇ ਬੰਦਾ ਉਹੀ ਜਿਹੜੇ ਆਪਾਂ ਬਰੀਥਿੰਗ ਸੈਂਟਰ ਵਗੈਰਾ ਬਾਰੇ ਗੱਲ ਕਰ ਰਹੇ ਸੀ, ਉਹ ਸਾਰੇ ਬਰੀਥਿੰਗ ਸੈਂਟਰ ਵਾਪਸ ਆ ਸਕਦੇ। ਮੇਰੇ ਖਿਆਲ ਜਿਹੜੇ ਤੁਹਾਡੇ ਦੋਸਤ ਨੇ ਬਿਲਕੁਲ ਸਹੀ ਗੱਲ ਕਰ ਰਹੇ ਨੇ, ਪ੍ਰੀਵੈਂਟਿਵ ਸਟੈਪ ਲੈ ਰਹੇ ਨੇ। ਤਾਂ ਮੈਂ ਨਾਲ ਆ ਵੀ ਕਹਾਂਗਾ, ਜਿਵੇਂ ਹਰ ਕਿਸੇ ਦੇ ਵੱਸ ਦੀ ਗੱਲ ਨਾ ਹੋਵੇ, ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਸ਼ਾਇਦ ਇਹ ਕਰ ਰਹੇ ਨੇ, ਜਾਂ ਤੁਹਾਡੇ ਕੋਈ ਹੋਰ ਫੈਮਿਲੀ ਮੈਂਬਰ ਜਾਂ ਤੁਹਾਡੇ ਦੋਸਤ ਡਰੱਗਸ ਵਰਤਨ ਸ਼ਾਇਦ ਇਨਵੋਲਵ ਹੋਣ, ਆਪਾਂ ਨੂੰ ਖੋਲ ਕੇ ਇਸ 'ਚ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ਜਿਵੇਂ ਇੱਕ ਕਨਵਰਸੇਸ਼ਨ ਅਵੋਇਡ ਕਰਨ ਲਈ ਕਿਸੇ ਹੋਰ ਦੀ ਕਿਸੇ ਆਪਣੇ ਪਿਆਰਿਆਂ ਦੀ ਮੌਤ ਹੋ ਜਾਏ ਤਾਂ ਉਹ ਕਾਫੀ ਔਖੀ, ਤਾਂ ਕਾਫੀ ਮਾੜੀ ਗੱਲ ਹੋਏਗੀ। ਪਰ ਇਹ ਮਤਲਬ ਨਹੀਂ ਕਿ ਤੁਸੀਂ ਇਸ ਬਿਹੇਵੀਅਰ ਨੂੰ ਐਂਡੋਰਸ ਕਰੋ ਜਾਂ ਉਹਨਾਂ ਨੂੰ ਕਹੋ ਬਹੁਤ ਵਧੀਆ ਕਰ ਰਹੇ ਹੋ, ਪਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ, ਗੱਲਬਾਤ ਕੀਤੀ ਜਾ ਸਕਦੀ ਹੈ ਕਿ ਹਾਂਜੀ ਕਿ ਸਪੋਰਟ ਹੈਗੀ ਹੈ। ਤਾਂ ਮੈਡੀਕੇਸ਼ਨਸ, ਹੋਰ ਟ੍ਰੀਟਮੈਂਟ ਵੀ, ਪ੍ਰੋਪਰਟਿਵ ਟ੍ਰੀਟਮੈਂਟਸ ਵੀ ਅਵੇਲੇਬਲ ਹੈਗੀਆਂ ਨੇ। ਪਰ ਤੁਹਾਡਾ ਪੁਆਇੰਟ ਪਹਿਲਾਂ ਬਿਲਕੁਲ ਸਹੀ ਸੀ ਕਿ ਕੋਵਿਡ 'ਚੋਂ ਕਾਫੀ ਘੱਟ ਡੈਥਸ ਹੋਈਆਂ, ਤਾਂ ਇਸ 'ਚੋਂ ਕਈ ਜ਼ਿਆਦਾ। ਪਰ ਆਪਾਂ ਜਿੰਨਾ ਇਹਨੂੰ ਇਕਨੋਮਿਕ ਤਾਂ
ਤਾਂ ਓਵਰਆਲ ਸਪੋਰਟ ਦੀ ਲੋੜ ਹੈਗੀ ਹੈ, ਉਹ ਮਿਲ ਨਹੀਂ ਰਹੀ ਇਸ ਟਾਈਮ। ਬਿਲਕੁਲ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਬਹੁਤ ਚਾਨਣਾ ਪਾਇਆ ਤੇ ਸ਼ੁਕਰੀਆ ਤੁਹਾਡਾ। ਫਿਰ ਵੀ ਤੁਹਾਡੇ ਨਾਲ ਗੱਲਬਾਤ ਹੋਏਗੀ। ਥੈਂਕ ਯੂ, ਤੁਸੀਂ ਮੈਨੂੰ ਇਸ ਇੰਪੋਰਟੈਂਟ ਟੌਪਿਕ ਤੇ ਗੱਲ ਕਰਨ ਵਾਸਤੇ ਲੈ ਕੇ ਆਏ। ਡਾਕਟਰ ਸਾਹਿਬ ਥੈਂਕ ਯੂ। ਡਾਕਟਰ ਮੀਸ਼ਾ ਬਾਵਾ ਗੱਲਬਾਤ ਕਰ ਰਹੇ ਸਨ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.